ਚੋਣ ਜਿਹੜੀ ਹੈ ਲੜੀ ਜਾਊਗੀ ਇਹਦੇ ਬਾਰੇ ਤੁਹਾਡਾ ਕੀ? ਦੇਖੋ ਜੀ, ਜੇ ਸੰਗਤ ਸਾਨੂੰ ਕਹਿ ਰਹੀ ਹੈ ਲੜਨ ਲਈ, ਇसी ਸਟੇਜ ਤੋਂ ਸੰਗਤ ਨੇ ਐਲਾਨ ਕੀਤਾ ਕਿ ਇਲੈਕਸ਼ਨ ਲੜੀ ਜਾਊਗੀ, ਤਾਂ ਅਸੀਂ ਉਹਨਾਂ ਦਾ ਹੁਕਮ ਮੰਨਾਂਗੇ ਤੇ ਲੜਾਂਗੇ ਫਿਰ। ਅੱਜ ਸਭ ਤੋਂ ਪਹਿਲਾਂ ਅੱਜ ਦੀ ਪ੍ਰੈਸ ਕਾਨਫਰੰਸ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਸਾਰੇ ਪ੍ਰੈਸ ਦੇ ਸਾਥੀਆਂ ਦਾ ਜਿਹੜੇ ਇਹ ਮੀਟਿੰਗ ਕਿਉਂ ਬੁਲਾਉਣੀ ਪਈ ਇਹਦਾ ਮੈਂ ਏਜੰਡਾ ਪਹਿਲਾਂ ਕਲੀਅਰ ਕਰ ਦਿਆਂ। 2009 ਤੋਂ ਪਹਿਲਾਂ ਹਲਕਾ ਅਮਰਗੜ੍ਹ ਜਿਹੜਾ ਹੋਂਦ ਵਿੱਚ ਆਇਆ, 2 ਇਲੈਕਸ਼ਨਾਂ ਹੋ ਚੁੱਕੀਆਂ ਨੇ, ਵਿਧਾਨ ਸਭਾ ਦੀਆਂ, 1 ਲੋਕ ਸਭਾ ਦੀ ਹੋ ਚੁੱਕੀ ਆ। ਸਾਡਾ ਏਜੰਡਾ ਇਹ ਆ ਕਿ ਬਾਹਰੋਂ ਆਏ ਉਮੀਦਵਾਰ ਸਾਡੇ ਹਲਕੇ ਤੇ ਸਦਾ ਕਾਬਜ਼ ਰਹਿੰਦੇ ਆ, ਉਹਨਾਂ ਦੇ ਖਿਲਾਫ ਇਹ ਸਿੱਧੀ ਤੇ ਖੁੱਲੀ ਸਿਆਸੀ ਜੰਗ ਦਾ ਆਗਾਜ਼ ਆ। ਮੈਂ ਇੱਕ ਵਾਰੀ ਆਪਣੇ ਸਾਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਕਿ ਹਲਕਾ ਅਮਰਗੜ੍ਹ ਦੇ ਹੱਕ ਵਿੱਚ, ਹਲਕਾ ਅਮਰਗੜ੍ਹ ਦੀ ਧਰਤੀ ਦੀ ਆਜ਼ਾਦੀ ਲਈ ਇਲਾਕਾ ਲਵਾਰਸ ਸਮਝਿਆ ਗਿਆ। ਲਵਾਰਸ ਕਿਉਂ ਸਮਝਿਆ? ਇਸ ਇਲਾਕੇ ਨੂੰ 10 ਸਾਲ ਪਹਿਲਾਂ ਅਸੀਂ ਸੰਤਾਪ ਭੋਗਿਆ ਅਕਾਲੀ ਦਲ ਦਾ। ਹੁਣ 10 ਸਾਲ ਹੀ ਸਾਨੂੰ ਹੋ ਗਏ। 5 ਸਾਲ ਪਹਿਲਾਂ ਇਹ ਹਾਰ ਗਏ ਸੀ, 5 ਸਾਲ ਹੋ ਗਏ ਜਿੱਤਿਆ ਨੂੰ। ਅਸੀਂ ਕਾਂਗਰਸ ਪਾਰਟੀ ਨੇ ਕੀ ਮਾੜਾ ਕਰਤਾ? ਇਹਨਾਂ ਨੂੰ 50,000 ਵੋਟ ਪਵਾ ਕੇ ਹਲਕੇ ਦੇ ਵਿੱਚ ਦਿਨ ਰਾਤ ਇੱਕ ਕਰਕੇ ਇਹਨਾਂ ਨੂੰ ਜਿਤਾਇਆ। ਜਿਤਾਉਣ ਤੋਂ ਬਾਅਦ ਅਸੀਂ ਫਿਰ ਉਸੇ ਸਾਥੀਓ ਅਸੀਂ ਮੁੜ ਤੋਂ ਹੀ ਕਾਂਗਰਸੀ ਪਰਿਵਾਰ ਆ। ਸਾਰੇ ਇਹ ਕਾਂਗਰਸ ਪਰਿਵਾਰ ਦੀ ਰੀੜ੍ਹ ਦੀ ਹੱਡੀ ਬੈਠੀ ਆ ਸਾਰੀ। ਜੇ ਕਿਤੇ ਇਹ ਬਾਗੀ ਹੋ ਗਏ ਤਾਂ ਕਾਂਗਰਸ ਪਾਰਟੀ ਭੁੱਲ ਜੇ ਵੀ ਇੱਥੋਂ ਕੋਈ ਸੀਟ ਕੱਢ ਜੂਗਾ ਮਾਈ ਦਾ ਲਾਲ। ਕੋਈ ਚਾਹੇ ਵੱਡਾ ਚਿਹਰਾ ਲਿਆ ਦਿਓ, ਚਾਹੇ ਇੱਥੇ ਤੱਕ ਕਿ CM ਵੀ ਆ ਜਾਣ, ਤਾਂ ਨਹੀਂ ਇੱਥੋਂ ਸੀਟ ਕੋਈ ਕੱਢ ਸਕਦਾ। ਮੇਰੇ ਵੀਰੋ, ਇਹ ਲੜਾਈ ਆਸਾਨ ਨਹੀਂ ਹੈਗੀ। ਮਾਈ ਦਾ ਲਾਲ ਕੋਈ ਦੇਖ ਕੇ ਬਾਹਰਲਾ ਇੱਥੇ ਆਇਓ। ਕੋਈ ਕਹਿੰਦਾ ਜੀ ਇੱਥੇ ਮੇਰਾ ਰਿਸ਼ਤੇਦਾਰ ਆ ਜੀ, ਚਾਚੇ ਤਾਏ ਮੈਨੂੰ ਟਿਕਟ ਦਵਾ ਦੇਣਗੇ। ਮੈਂ ਉਹ ਵੀਰਾਂ ਨੂੰ ਦੱਸਣਾ ਚਾਹੁੰਦਾ, ਵੀਰੇ ਦੇਖ ਕੇ ਆਈ। ਇੱਥੇ ਪਿੱਠ ਲਵਾਉਣ ਦੇ ਕਾਂਗਰਸ ਨੂੰ ਘੁਸਾਇਆ ਪਿਆ। ਬਹੁਤ ਦੁਖੀ ਨੇ, ਭੁੱਬਾ ਮਾਰਦੇ ਨੇ ਜਿਨ੍ਹਾਂ ਲਵੇ ਜਾਂਦੇ ਆ। ਇੱਥੇ ਤੱਕ ਕਿ ਮੈਨੂੰ ਹੁਣ ਸਦਾ ਹੀ ਆਪਣੀ ਜੁੱਤੀ ਥੱਲੇ ਰੱਖਿਆ ਜਾਊਗਾ। ਕੀ ਸਾਡੇ ਕੋਲੇ, ਸਾਡੇ ਹਲਕੇ ਦੇ ਵਿੱਚ ਤੁਹਾਡੇ ਭੇਜੇ ਹੋਏ ਦੁੱਕੀ ਤਿੱਕੀ ਦੇ ਲੀਡਰਾਂ ਤੋਂ ਕੀ ਸਾਡੇ ਕੋਲੇ ਕਿਸੇ ਦੀ ਕੁਆਲੀਫਿਕੇਸ਼ਨ ਘੱਟ ਹੈ, ਜਾਂ ਸਾਡੇ ਕੋਲੇ ਉਦਾਂ ਦੇ ਜੁਝਾਰੂ ਵਰਕਰ ਨਹੀਂ ਹੈਗੇ, ਜਾਂ ਸਾਡੇ ਕੋਲੇ ਬਹੁਤ ਹੋ ਗਿਆ ਜੀ, ਸਾਨੂੰ 10 ਸਾਲ ਹੋ ਗਏ ਦੇਖਦਿਆਂ ਨੂੰ। ਇੱਕ ਬੰਦੇ ਦਾ ਇੰਨਾ ਜ਼ਿਆਦਾ ਉਹਦਾ ਸਬਰ ਨਾ ਪਰਖੋ ਕਿ ਉਹਨੂੰ ਤੁਸੀਂ ਇੱਕ ਮਾਰ ਦਿੱਤੀ। ਇਹ 2012 ਦੀ ਹੋਈ, ਅਸੀਂ ਚੱਲ ਗਏ। 2017 ਦੀ ਹੋਈ, ਫੇਰ ਚੱਲੇ। ਸਾਨੂੰ ਤਿਆਰੀ ਕਰਾਈ ਗਈ। ਅਸੀਂ 50 ਲੱਖ ਰੁਪਇਆ ਸਾਡਾ ਤਿਆਰੀ ਤੇ ਲੱਗਿਆ ਰੈਲੀਆਂ ਕਰਨ ਤੇ। ਸਾਨੂੰ ਮੌਕੇ ਤੇ ਆ ਕੇ ਜਵਾਬ ਦਿੱਤਾ ਗਿਆ। ਉਸ ਤੋਂ ਪਹਿਲਾਂ 2012 ਦੇ ਵਿੱਚ ਸਾਨੂੰ ਧੂਰੀ ਦੀ ਤਿਆਰੀ ਕੀਤੀ ਵੀ ਧੂਰੀ ਚਲੇ ਜਾਓ ਜੀ ਤੁਸੀਂ। ਧੂਰੀ ਦੇ ਵਿੱਚ 3 ਦਿਨ ਪਹਿਲਾਂ, 72 ਘੰਟੇ ਪਹਿਲਾਂ ਇੱਥੇ ਪੈਰਾਸ਼ੂਟ ਰਾਹੀਂ ਅਰਵਿੰਦ ਖੰਨਾ ਜੀ ਲਾਤੇ। ਮੈਂ ਪੁੱਛਣਾ ਚਾਹੁੰਦਾ, ਅੱਜ ਉਹ ਅਰਵਿੰਦ ਖੰਨਾ ਜੀ ਕਿੱਥੇ ਨੇ? ਮੈਨੂੰ ਇਹ ਦੱਸੋ, ਜਿਹੜੇ ਤੁਸੀਂ ਪੈਰਾਸ਼ੂਟ ਰਾਹੀਂ ਸਾਡੇ ਸਿਰ ਤੇ ਥੋਪੇ ਨੇ। ਉਹ ਦਿਲੋਂ ਧੰਨਵਾਦ ਕਰਦੇ ਹਾਂ। ਸਾਡੀ ਨੌਜਵਾਨਾਂ ਦੀ ਇੱਕੋ ਹੀ ਮੰਗ ਆ ਕਿ ਅਸੀਂ ਵਰਕਰ ਆ, ਸਾਨੂੰ ਕੋਈ ਬਾਹਰਲਾ ਕੈਂਡੀਡੇਟ ਨਹੀਂ ਚਾਹੀਦਾ। ਸਾਨੂੰ ਹਲਕੇ ਦਾ ਕੈਂਡੀਡੇਟ ਚਾਹੀਦਾ। ਸਾਡੇ ਵੱਲੋਂ ਕੋਈ ਵੀ ਕਿਸੇ ਨੂੰ ਵੀ ਟਿਕਟ ਦਿੱਤੀ ਜਾਵੇ ਹਲਕੇ ਚੋਂ, ਪਰ ਚਾਹੇ ਕੋਈ ਸਰਪੰਚ ਆ ਹਲਕੇ ਦਾ, ਕਾਂਗਰਸੀ ਸਰਪੰਚ ਆ, ਕਾਂਗਰਸੀ ਵਰਕਰ ਆ। ਅਸੀਂ ਮਾਈ ਦੇ ਹੱਕ ਵਿੱਚ ਆਏ ਹਾਂ ਉਰੇ। ਇੰਨੇ ਸਾਲਾਂ ਤੋਂ ਇਹ ਵਰਕ ਕਰਦੇ ਆ ਰਹੇ ਨੇ ਹਲਕੇ ਦੇ ਵਿੱਚ। ਇੱਕ ਸੋਸ਼ਲ ਵਰਕਰ ਤੌਰ ਤੇ ਵੀ ਇਹ ਘਰ ਦੇ ਵਿੱਚ ਕੋਈ ਵੀ ਆਇਆ ਖਾਲੀ ਹੱਥ ਨਹੀਂ ਮੁੜਿਆ।
ਹਰੇਕ ਦੀ ਫਰਿਆਦ ਸੁਣੀ ਜਾਂਦੀ ਆ ਉਰੇ। ਪਰ ਨੂੰ ਜੇ ਭੁਲੇਖਾ ਹੋਵੇ ਨਾ, ਅੱਜ ਦੀ ਮੀਟਿੰਗ ਤੋਂ ਬਾਅਦ ਵੀ ਜੇ ਰੈਲੀ ਰੱਖਦੀ ਨਾ, ਰੈਲਾ ਬਣਾ ਦੇਾਂਗੇ, ਰੈਲਾ ਐਡਾ ਇਕੱਠ ਕਰ ਦਿਆਂਗੇ। ਤੇ ਸੋਚ ਸਮਝ ਕੇ ਹੁਣ ਫੈਸਲਾ ਲਵੇ ਜਿਹਨੇ ਵੀ ਇੱਥੇ ਆਉਣਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਮੇਰੀ ਪ੍ਰੈਸ ਨੂੰ ਬੇਨਤੀ ਆ ਕਿ ਉਹ ਅਗਲੀ ਕਾਰਵਾਈ ਆਪਣੀ ਜਾਰੀ ਰੱਖੇ। ਧੰਨਵਾਦ। ਮੈਂ ਹਾਈ ਕਮਾਂਡ ਨੂੰ ਇੱਕ ਹੀ ਬੇਨਤੀ ਕਰਦਾ, ਆਪਣੇ ਹਲਕੇ ਵਿੱਚ 1,70,000 ਵੋਟ ਹੈ, ਉਹਦੇ ਵਿੱਚੋਂ ਕੋਈ ਵੀ ਅੱਛਾ ਕਾਂਗਰਸੀ ਤੁਸੀਂ ਉਸ ਨੂੰ ਟਿਕਟ ਨਹੀਂ ਦੇ ਸਕਦੇ। ਇੱਥੋਂ MC ਵੀ ਜਿੱਤੇ ਹੈ, ਇੱਥੇ ਚੇਅਰਮੈਨ ਵੀ ਹੈਗੇ ਹੈ, ਇੱਥੇ ਸਰਪੰਚ ਵੀ ਹੈਗੇ ਹੈ, ਇੱਥੇ ਯੂਥ ਦੇ ਵੀ ਹੈ। ਪਰ ਹੁਣ ਸਾਡੇ ਹਲਕੇ ਦਾ ਅਗਰ ਸਾਨੂੰ ਕਦੀ ਕੋਈ ਕੰਮ ਹੋਵੇ, ਅਸੀਂ ਉਸ ਨੂੰ ਮਿੰਟ ਵਿੱਚ 5 ਮਿੰਟ ਵਿੱਚ ਜਾ ਕੇ ਫੜ ਸਕਦੇ ਹਾਂ। ਜਿਹੜਾ 100 ਕਿਲੋਮੀਟਰ ਤੋਂ ਆਉਂਦਾ ਹੈ ਉਸ ਨੂੰ ਆਪਾਂ ਕਿੱਥੋਂ ਫੜ ਸਕਦੇ ਹਾਂ? ਉਹ ਤਾਂ ਬਸ ਆਉਂਦਾ, ਇਲੈਕਸ਼ਨ ਜਿੱਤਦਾ ਹੈ, ਆਪਦੇ ਘਰ ਨੂੰ ਵਾਪਸ ਚਲੇ ਜਾਂਦਾ। ਮੈਂ ਹਾਈ ਕਮਾਂਡ ਨੂੰ, ਆਪਣੇ ਪ੍ਰਧਾਨ ਸਾਹਿਬ ਨਵਜੋਤ ਸਿੰਘ ਸਿੱਧੂ ਜੀ ਔਰ ਚੰਨੀ ਜੀ ਔਰ ਜਿੰਨੀ ਵੀ ਕਮੇਟੀ ਬਣੀ ਹੈ ਜਿਨ੍ਹਾਂ ਨੇ ਟਿਕਟਾਂ ਡਿਸਾਈਡ ਕਰਨੀਆਂ, ਉਹਨਾਂ ਨੂੰ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਕਿ ਸਾਡੇ ਹੁੰਦੀ ਆ। 2 ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਕਿ ਚਲੋ ਇਸ ਵਾਰੀ ਤੁਸੀਂ ਚੁੱਪ ਕਰ ਜਾਓ, ਅਗਲੀ ਵਾਰੀ ਤੁਹਾਡੇ ਹਲਕੇ ਨੂੰ ਨੁਮਾਇੰਦਗੀ ਦੇ ਦਾਂਗੇ। 12 'ਚ ਪਹਿਲਾਂ ਧੂਰੀ ਟਰਾਈ ਕਰਦੇ ਸੀ, 12 'ਚ ਇਸ ਕਰਕੇ ਚੁੱਪ ਕਰਕੇ, 17 'ਚ ਫੇਰ ਕਿਹਾ ਅਸੀਂ ਤਿਆਰੀ ਕਰਤੀ ਸੀ ਇਲੈਕਸ਼ਨ ਦੀ। ਫਿਰ ਉਹਨਾਂ ਨੇ ਕਿਹਾ ਕਿ 10 ਸਾਲ ਤੋਂ ਕਾਂਗਰਸ ਆਪਣੀ ਸੱਤਾ ਤੋਂ ਬਾਹਰ ਹੋਈ ਵੀ ਆ, ਤੁਸੀਂ ਮੇਰੇ ਕਰਕੇ, ਪਾਰਟੀ ਕਰਕੇ ਇਸ ਵਾਰੀ ਤੁਸੀਂ ਚੁੱਪ ਕਰ ਜਾਓ, ਅਗਲੀ ਵਾਰੀ ਤੁਹਾਡੇ ਹਲਕੇ ਨੂੰ ਨੁਮਾਇੰਦਗੀ ਦਿੱਤੀ ਜਾਊਗੀ। ਸੋ ਇਹ ਤਾਂ ਇਹ ਪਰਿਵਾਰ ਦਾ ਵੱਡਾਪਣ ਰਿਹਾ ਹੈ ਕਿ ਇੰਨੀ ਵਾਰੀ ਇਗਨੋਰ ਕਰਨ ਦੇ ਬਾਵਜੂਦ ਵੀ ਇਸ ਪਰਿਵਾਰ ਨੇ ਕਾਂਗਰਸ ਪਾਰਟੀ ਦੇ ਖਿਲਾਫ ਕੁਝ ਨਹੀਂ ਕੀਤਾ। ਨਹੀਂ ਤਾਂ ਲੋਕ ਅੱਜ ਕੱਲ੍ਹ ਕੀ ਕਰਦੇ ਆ ਕਿ ਅੱਜ ਟਿਕਟ ਕੱਢ ਦੋ, ਸਵੇਰ ਨੂੰ ਦੂਜੀ ਪਾਰਟੀ 'ਚ ਚਲੇ ਜਾਂਦੇ ਆ। ਆਪਾਂ ਨੂੰ ਟਿਕਟ ਆਉਣ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਕਿ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਵੀ ਆਪਾਂ ਨੂੰ ਟਿਕਟ ਨਹੀਂ ਮਿਲ ਰਹੀ? ਦੇਖੋ, ਅੱਜ ਦਾ ਜਿਹੜਾ ਸਾਡੀ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਮਕਸਦ ਆ ਉਹ ਟਿਕਟ ਦੇ ਨਾਲ ਇਸ ਕਰਕੇ ਰਿਲੇਟਡ ਹੈ ਕਿਉਂਕਿ ਸਾਡੇ ਸਾਨੂੰ ਪੁੱਛਿਆ ਕੁਐਸਚਨ ਕਿ ਅਸੀਂ ਇੱਥੇ ਬੈਠੇ ਹਾਂ, ਅਸੀਂ ਅਗਰ 30 ਸਾਲ ਕਾਂਗਰਸ ਪਾਰਟੀ ਦੀ ਸੇਵਾ ਕਰ ਸਕਦੇ ਹਾਂ, ਤੁਸੀਂ ਇਹ ਸੋਚੋ ਕਿ ਅਸੀਂ ਇੰਨੀ ਛੇਤੀ ਐਵੇਂ ਨਹੀਂ ਜਾਣ ਵਾਲੇ। ਜਿਹੜੀ ਸੰਗਤ ਸਾਡਾ ਡਿਸੀਜਨ ਲਊਗੀ ਅਸੀਂ ਉਹੀ ਕਰਾਂਗੇ। ਅੱਜ ਮੈਂ ਇੱਥੇ ਬੈਠਾ, ਮੈਂ ਕਿਉਂ ਹਾਈ ਕਮਾਂਡ ਨੂੰ ਰਿਕੁਐਸਟ ਕਰ ਰਿਹਾ? ਕਿਉਂਕਿ ਸਾਨੂੰ ਇਸ ਪਾਰਟੀ ਨਾਲ ਬਹੁਤ ਪਿਆਰ ਹੈ, ਕਿਉਂਕਿ ਸਾਡੀ 30 ਸਾਲ ਦੀ ਮੇਰੀ ਮਾਂ ਦੀ ਕਮਾਈ ਲੱਗੀ ਮਾਈ ਜੀ ਦੀ, ਤਾਂ ਉਹਦੇ ਕਰਕੇ ਅਸੀਂ ਇੱਥੇ ਹੀ ਪਾਰਟੀ ਨੂੰ ਰਿਕੁਐਸਟ ਕਰਾਂਗੇ। ਅਗਰ ਨਹੀਂ ਕੋਈ ਸੁਣਦਾ ਫਿਰ ਸਾਰੀ ਸੰਗਤ ਦੀ ਅਸੀਂ ਸੁਜੈਸ਼ਨ ਲਵਾਂਗੇ, ਅਗਲਾ ਫੈਸਲਾ ਤੁਹਾਨੂੰ ਮੀਟਿੰਗ ਕਰਕੇ ਪੱਕਾ ਦੱਸਾਂਗੇ। ਕਿਉਂਕਿ ਸਾਨੂੰ ਸਾਡਾ ਲੋਕਲ ਕੈਂਡੀਡੇਟ ਚਾਹੀਦਾ ਹੈ। ਮੈਂ ਪਹਿਲਾਂ ਵੀ ਤੁਹਾਡੀ ਪ੍ਰੈਸ ਰਾਹੀਂ ਸਾਰੇ ਨੂੰ ਦੱਸਿਆ ਹੈ, ਲਾਈਵ ਹੋ ਕੇ ਵੀ ਦੱਸਿਆ ਹੈ ਕਿ ਸਾਡੇ 1,70,000 ਬੰਦਾ ਹੈ, ਉਹਦੇ ਵਿੱਚ ਕੋਈ ਕੇਪੇਬਲ ਨਹੀਂ ਹੈਗਾ ਜਿਸ ਨੂੰ ਟਿਕਟ ਦਿੱਤੀ ਜਾਵੇ ਕਾਂਗਰਸ ਪਾਰਟੀ। ਕਿਉਂ ਆਪਾਂ ਬਾਹਰੋਂ ਬੰਦਾ ਲੈ ਕੇ ਆਉਂਦੇ? ਉਹਦੇ ਕਰਕੇ ਸਾਡੀ ਮੀਟਿੰਗ ਹੈਗੀ ਹੈ ਔਰ ਉਹਦੇ ਕਰਕੇ ਜਿਵੇਂ ਸਾਨੂੰ ਇੱਥੇ ਦੀ ਅਮਰਗੜ੍ਹ ਦੀ ਸੰਗਤ ਹੁਕਮ ਲਾਊਗੀ ਅਸੀਂ ਉਹ ਚੀਜ਼ ਪੱਕਾ ਹੀ ਕਰਾਂਗੇ, ਕਿਉਂਕਿ ਸਾਡੇ ਨਾਲ 30 ਸਾਲ ਨਾਲੋਂ ਖੜੇ ਹੈ। ਉਹਦੇ ਕਰਕੇ ਅਸੀਂ ਡਿਸੀਜਨ ਆਪਣਾ ਲੈਣਾ ਹੈ, ਤਾਂ ਉਹਦੇ ਕਰਕੇ ਅਸੀਂ ਤੁਹਾਨੂੰ ਸੱਦਿਆ ਸੀ। ਇੰਨਾ ਹੀ ਕਹਿਣਾ ਚਾਹੁੰਦਾ। ਅਗਰ ਕੋਈ ਬਾਹਰਲਾ ਉਮੀਦਵਾਰ ਆਉਂਦਾ ਜੀ ਫਿਰ ਕੀ ਆਪਣਾ ਫੈਸਲਾ ਹੋਊਗਾ ਤੁਹਾਡੇ ਕੋਲ? ਸਰ ਉਹ ਤਾਂ ਸੰਗਤ ਦੱਸੂਗੀ, ਬਟ ਸਾਡਾ ਫੈਸਲਾ ਕਿਸੇ ਵੀ ਬਾਹਰ ਵਾਲੇ ਕੈਂਡੀਡੇਟ ਨੂੰ ਸਟ੍ਰਿਕਟਲੀ ਨੋ ਹੈ। ਇਹਦੇ ਬਾਰੇ ਮੈਂ ਕੋਈ ਆਨਸਰ ਕੁਐਸਚਨ ਦੇਣਾ ਹੀ ਨਹੀਂ ਚਾਹੁੰਦਾ। ਨੋ ਮੀਨਸ ਨੋ। ਬਾਗੜੀਆਂ ਪਰਿਵਾਰ ਬਾਰੇ ਇੱਕ ਪਹਿਲਾਂ ਵੀ ਮਤਲਬ ਜਿਹੜੀ ਇਲਾਕੇ ਦੇ ਵਿੱਚ ਗੱਲ ਪਰ ਚੱਲਦਾ ਵੀ ਪਿਛਲੀ ਵਾਰ ਵੀ ਜਿਹੜਾ ਤੁਹਾਡਾ ਟਿਕਟ ਦੇ ਵਿੱਚ ਨਾਂ ਜਿਹੜਾ ਕਾਫੀ ਅੱਗੇ ਚੱਲ ਰਿਹਾ ਸੀ, ਪਰ ਐਨ ਲਾਸਟ ਤੇ ਜਾ ਕੇ ਸੀਨੀਅਰ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਤੁਹਾਨੂੰ ਜਿਹੜਾ ਘਰ ਆ ਕੇ ਮਤਲਬ ਇਸ ਬਾਰੇ ਸਹਿਮਤ ਕਰ ਲਿਆ ਗਿਆ ਵੀ ਤੁਸੀਂ ਜਿਹੜਾ ਉਮੀਦਵਾਰ ਆ ਉਸ ਦੀ ਮਦਦ ਕਰੋ। ਜੇਕਰ ਅਜਿਹਾ ਇਸ ਵਾਰ ਵੀ ਹੁੰਦਾ ਹੈ ਫਿਰ ਤੁਹਾਡਾ ਕੀ ਮਤਲਬ ਇਹਦੇ ਵਿੱਚ ਰਿਐਕਸ਼ਨ ਹੋਊਗਾ? ਸਰ ਕਿੰਨੀ ਵਾਰ ਅਸੀਂ ਟਿਕਟ ਆਪਣੀ ਕਟਾਵਾਂਗੇ, ਕਿੰਨੀ ਵਾਰ ਹਾਈ ਕਮਾਂਡ ਸਾਨੂੰ ਰਿਕੁਐਸਟ ਕਰੂਗੀ, ਅਸੀਂ ਉਹਨਾਂ ਦੇ ਗੱਲਾਂ ਸੁਣਾਂਗੇ। ਸਾਡਾ ਵੀ ਮਨ ਹੈ, ਸਾਡਾ ਕੋਈ ਮਨ ਨਹੀਂ ਹੈਗਾ, ਸਾਡੀ ਵੀ ਇੱਛਾ ਹੈਗੀ ਹੈ। ਅਸੀਂ ਵੀ ਪਾਰਟੀ ਲਈ ਇੰਨੀ ਸੇਵਾ ਕੀਤੀ ਆ, ਹਲਕੇ ਵਿੱਚ 200 ਸਾਲ ਤੋਂ ਰਹਿ ਰਹੇ ਆ, ਤਾਂ ਸਾਡਾ ਵੀ ਮਨ ਹੈ ਕਿ ਅਸੀਂ ਵੀ ਇੱਕ ਵਾਰੀ ਇਲੈਕਸ਼ਨ ਲੜੇ। ਕਿਉਂ? ਹਲਕਾ ਅਮਰਗੜ੍ਹ ਹੈ ਜਿਹਨੂੰ ਲਵਾਰਸ ਸਮਝਿਆ ਜਾ ਰਿਹਾ ਹੈ, ਉਹ ਅਸੀਂ ਹਾਈ ਕਮਾਂਡ ਦੇ ਮੂਹਰੇ ਇਹ ਗੱਲ ਰੱਖ ਰਹੇ ਸੀ, ਪੰਜਾਬ ਦੀ ਹਾਈ ਕਮਾਂਡ ਮੂਹਰੇ, ਕਿ ਲੋਕਲ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇ, ਚਾਹੇ ਉਹ ਕਿਸੇ ਵੀ ਅਹੁਦੇ ਤੋਂ ਹੋਵੇ। ਅਸੀਂ ਸਾਰੇ ਰਲ ਕੇ ਕਾਂਗਰਸ ਵਰਕਰ ਤੇ ਕਾਂਗਰਸ ਦੇ ਅਹੁਦੇਦਾਰ ਉਹਨੂੰ ਜਿਤਾਵਾਂਗੇ।
ਅਗਰ ਕਿਸੇ ਲੋਕਲ ਉਮੀਦਵਾਰ ਨੂੰ ਪਹਿਲਾਂ ਦੀ ਤਰ੍ਹਾਂ ਹੀ ਟਿਕਟ ਨਹੀਂ ਦਿੱਤੀ ਜਾਂਦੀ ਫਿਰ ਬਾਕੀ ਪਰਿਵਾਰ ਦਾ ਕੀ ਫੈਸਲਾ? ਜਿਵੇਂ ਸਾਨੂੰ ਸੰਗਤ ਹੁਕਮ ਕਰੇਗੀ ਅਸੀਂ ਉਹ ਹੁਕਮ ਨੂੰ ਉੱਪਰ ਸਰਾਖਾਂ ਤੇ ਰੱਖਾਂਗੇ। ਜਿਹੜੀ ਸਟੇਜ ਤੋਂ ਪਹਿਲਾਂ ਐਲਾਨ ਵੀ ਕੀਤਾ ਗਿਆ ਵੀ ਭਾਵੇਂ ਕੁਝ ਵੀ ਹੋ ਜਾਏ ਚੋਣ ਜਿਹੜੀ ਹੈ ਲੜੀ ਜਾਊਗੀ, ਇਹਦੇ ਬਾਰੇ ਤੁਹਾਡਾ ਕੀ? ਦੇਖੋ ਜੀ, ਜੇ ਸੰਗਤ ਸਾਨੂੰ ਕਹਿ ਰਹੀ ਹੈ ਲੜਨ ਲਈ, ਇਸੀ ਸਟੇਜ ਤੋਂ ਸੰਗਤ ਨੇ ਐਲਾਨ ਕੀਤਾ ਕਿ ਇਲੈਕਸ਼ਨ ਲੜੀ ਜਾਊਗੀ, ਤਾਂ ਅਸੀਂ ਉਹਨਾਂ ਦਾ ਹੁਕਮ ਮੰਨਾਂਗੇ ਤੇ ਲੜਾਂਗੇ ਫਿਰ। ਅੱਜ ਕਾਂਗਰਸ ਦੀ ਜਿਹੜੀ ਹੈ ਕੁਝ ਨੋਟੀਫਿਕੇਸ਼ਨ ਦੀ ਮਤਲਬ ਕਿ ਹੋਣ ਦੀ ਸੰਭਾਵਨਾ ਹੈ, ਜਿਹਦੇ ਵਿੱਚ ਉਹਨਾਂ ਨੇ ਕੱਲ੍ਹ ਦੀ ਜਿਹੜੀ ਕਾਂਗਰਸ ਦੇ ਦਫ਼ਤਰ ਦੀ ਥੋੜ੍ਹੀ ਜਿਹੀ ਆਈ ਹੈ ਬਾਹਰ, ਉਹ ਇਹ ਆਈ ਹੈ ਵੀ ਮੌਜੂਦਾ ਵਿਧਾਇਕਾਂ ਨੂੰ ਹੀ ਕਾਂਗਰਸ ਉਸੇ ਸਟੇਸ਼ਨ ਤੋਂ ਟਿਕਟ ਦੇ ਰਹੀ ਹੈ। ਜੇਕਰ ਅਜਿਹਾ ਅਮਰਗੜ੍ਹ ਦੇ ਮੌਜੂਦਾ ਵਿਧਾਇਕ ਨੂੰ ਕਾਂਗਰਸ ਇੱਥੋਂ ਟਿਕਟ ਦਿੰਦੀ ਹੈ ਫਿਰ ਤੁਹਾਡਾ ਕੀ ਫਾਇਦਾ? ਮੈਂ ਪਹਿਲਾਂ ਇੱਕ ਗੱਲ ਇਹ ਕਹਿਣਾ ਚਾਹੂੰਗੀ ਜੀ, ਤੁਹਾਡੇ ਏਜੰਡਾ ਹੈਗਾ ਸੀ ਸਾਡਾ ਮੀਟਿੰਗ ਦਾ, ਉਹ ਅਸੀਂ ਹਾਈ ਕਮਾਂਡ ਨੂੰ ਔਰ ਬਾਹਰੋਂ ਆਉਣ ਵਾਲੇ ਜਿਹੜੇ ਇੱਥੇ ਬਹੁਤ ਤਤਪਰ ਹੋਏ ਫਿਰਦੇ ਆ ਲੋਕ, ਉਹਨਾਂ ਨੂੰ ਸਿੱਧਾ ਸੁਨੇਹਾ ਦੇਣ ਦਾ ਸੀ ਸਾਡਾ ਮਨ ਕਿ ਭਾਈ ਆਓਗੇ ਤਾਂ ਲੋਕਲ ਵਾਲਿਆਂ ਨੇ ਇਸ ਵਾਰੀ ਖਹਿ ਕੇ ਲੰਘਣਾ ਪਊਗਾ, ਅਸੀਂ ਮੈਦਾਨ 'ਚ ਉਤਰਾਂਗੇ, ਸਾਡੇ ਨਾਲ ਫਿਰ ਤੁਹਾਨੂੰ ਦੋ ਹੱਥ ਕਰਨੇ ਪੈਣਗੇ। ਇੰਨੀ ਸੌਖੀ ਨਹੀਂ ਹੈਗੀ ਵੀ ਤੁਸੀਂ ਇੱਥੋਂ ਟਿਕਟ ਬਾਹਰੋਂ ਲੈ ਕੇ ਆ ਜਾਓ ਤੇ ਆ ਕੇ 5 ਦਿਨਾਂ ਬਾਅਦ ਹੀ ਉਂਝਾ ਫੇਰ ਕੋਈ ਇੱਥੋਂ ਲੁੱਟ ਕੇ ਤੁਰ ਜਾਓ। ਤੱਕ ਸਟਾਰਟ ਕਰ ਦੇਣੀ ਆ। ਅਸੀਂ ਕਿਸੇ ਵੀ ਬਾਹਰਲੇ ਕੈਂਡੀਡੇਟ ਨੂੰ, ਸਾਡੇ ਜਵਾਕ ਕਿਸੇ ਬਾਹਰਲੇ ਕੈਂਡੀਡੇਟ ਦੀਆਂ ਦਰੀਆਂ ਨਹੀਂ ਚੱਕਣਗੇ। ਅਸੀਂ ਅਮਰਗੜ੍ਹ ਦੇ ਲੋਕ ਇੰਨੇ ਬੇਗੈਰਤ ਨਹੀਂ ਵੀ ਅਸੀਂ ਆ ਬਾਹਰ ਜਿਹੜਾ ਮਰਜ਼ੀ ਬਾਹਰੋਂ ਆ ਜਾਵੇ ਅਸੀਂ ਉਹਨਾਂ ਦੀਆਂ ਦਰੀਆਂ ਇਕੱਠੀਆਂ ਕਰਦੇ ਫਿਰੀਏ। ਅਸੀਂ ਖੁਦ ਇਲੈਕਸ਼ਨ ਲੜਾਂਗੇ ਔਰ ਹਲਕੇ ਨੂੰ ਜਿੱਤ ਦਿਵਾ ਕੇ ਹਲਕੇ ਦੀ ਨੁਮਾਇੰਦਗੀ ਹਲਕੇ ਨੂੰ ਸੌਂਪਾਂਗੇ। ਕਿਲੇ ਦੇ ਵਿੱਚ ਇੱਕ ਮੀਟਿੰਗ ਕੀਤੀ ਗਿਆ ਸੀਨੀਅਰ ਕਾਂਗਰਸੀਆਂ ਵੱਲੋਂ ਜੀ, ਕੀ ਜਿਹੜਾ ਮੁੱਖ ਮਕਸਦ ਸੀ? ਦੇਖੋ, ਮੁੱਖ ਮਕਸਦ ਤਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਇੱਥੇ ਜਿਹੜਾ ਪੈਰਾਸ਼ੂਟ ਸਿਸਟਮ ਚੱਲਦਾ ਹੈ ਆਪਣੀ ਸੀਟ ਤੇ ਖਾਸ ਕਰਕੇ, ਜਿਹਨੂੰ ਕਿ ਇੱਕ ਸਿਆਮ ਨਾਲ ਸਮਝ ਕੇ ਵੀ ਜਿਹਦਾ ਜੀ ਕਰੇ ਆਪਣਾ ਆਪੜੋ ਤੇ ਕੋਈ ਨਹੀਂ ਪੁੱਛਦਾ ਹੈ ਵੀ ਉਹ ਸਰਕਾਰ ਅਪਣਾ ਰਹੀ ਹੈ ਢੰਗ ਤਰੀਕੇ। ਪਰ ਇਸ ਕਰਕੇ ਇਹ ਮੀਟਿੰਗ ਜਾਂ ਅੱਜ ਦਾ ਜਿਹੜਾ ਤੁਹਾਡੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਵੀ ਕਿਰਪਾ ਕਰਕੇ ਜਿਹੜੀ ਹਾਈ ਕਮਾਂਡ ਹੈ ਇੱਥੇ ਕੋਈ ਪੈਰਾਸ਼ੂਟ ਵਾਲਾ ਕੰਮ ਨਾ ਕਰੇ, ਨਾ ਕਿਸੇ ਨੂੰ ਬਾਹਰਲੇ ਨੂੰ ਇੱਥੇ ਬੁਲਾਇਆ ਜਾਵੇ। ਜੇ ਕੋਈ ਬੁਲਾਇਆ ਗਿਆ, ਮੈਂ ਪਿੱਛੇ ਵੀ ਸਾਡੀ ਮੀਟਿੰਗ ਹੋਈ ਉੱਦੇ ਇਹ ਗੱਲ ਕਹੀ ਸੀ, ਅਗਰ ਕਹਿੰਦੇ ਧਵਾਨ ਆਊਗਾ ਧਵਾਨ ਚੱਲੂਗਾ, ਮੈਂ ਧਵਾਨ ਦੀ ਐਤਕੀ ਜਵਾਨ ਤੇ ਜ਼ਬਤ ਕਰਾਵਾਂਗਾ, ਆ ਜਾਵੇ ਧਵਾਨ ਆ ਲਵੇ। ਵੀ ਐਤਕੀ ਜੇ ਇਲਾਕੇ ਦੇ ਕਿਸੇ ਵੀ ਕੈਂਡੀਡੇਟ ਨੂੰ ਟਿਕਟ ਦਿੱਤੀ ਜਾਂਦੀ ਹੈ